Good morning students. This is Kiran Matharu, your online teacher. First of all, I welcome you all on your own YouTube channel, Your Classroom at Home. You know very well that we have already covered 2 chapters and today we will read chapter number 3, Motions of the Earth. ठीक है, ਅੱਜ ਆਪਾਂ lesson number 3 Motions of Earth read करांगे. Motions ਦਾ मतलब गतियाँ. ठीक है, धरती दियाँ गतियाँ. The sun rises in the east in the morning and sets in the west in the evening. हाँ जी, सूरज सवेरे पूरब दिशा विचों निकलदा है ते शाम नूं पश्चिम दिशा दे विच छुप जांदा है. It seems as if sun travels around the earth. ते इस तरह लगदा जिवें सूरज धरती दे दुआले चक्कर लगाउंदा होवे. But the fact is otherwise. पर सच्चाई इस तो उल्ट है. It is the earth rotates at its axis and that revolves around the sun as well. क्योंकि धरती ही है जो अपने धुरे दे दुआले घूमदी है. ठीक है, ते नाल ही सूरज दे दुआले भी घूमदी है. You must have got this experience while travelling in a train or bus. Actually the train moves on and all the things around like poles, trees, houses, etc. which are stationary look as if they are moving. हाँ जी, ਤੁਹਾਨੂੰ ਵੀ ਅਜਿਹਾ ਐਕਸਪੀਰੀਅੰਸ ਜ਼ਰੂਰ ਹੋਇਆ ਹੋਵੇਗਾ ਜਦੋਂ ਤੁਸੀਂ ਕਿਸੇ ਟ੍ਰੇਨ ਜਾਂ ਬੱਸ ਦੇ ਵਿੱਚ ਸਫ਼ਰ ਕਰ ਰਹੇ ਹੋ. ਠੀਕ ਹੈ, ਤਾਂ ਤੁਹਾਨੂੰ ਲੱਗਦਾ ਹੁੰਦਾ ਕਿ ਆਲੇ ਦੁਆਲੇ ਜਿੰਨੇ ਵੀ ਦਰਖਤ ਆ, ਖੰਭੇ ਆ ਜਾਂ ਘਰ ਹੈਗੇ ਆ, ਉਹ ਸਾਰੇ ਮੂਵ ਕਰ ਰਹੇ ਆ. ਠੀਕ ਹੈ, ਉਹ ਸਾਰੇ ਚੱਲ ਰਹੇ ਆ, ਪਰ ਅਸਲ ਦੇ ਵਿੱਚ ਕੀ ਹੁੰਦਾ, ਉਹ ਸਥਿਰ ਹੁੰਦੇ ਆ, ਉਹ ਇੱਕ ਜਗ੍ਹਾ 'ਤੇ ਖੜੇ ਹੁੰਦੇ ਆ. ਠੀਕ ਹੈ, ਪਰ ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਉਹ ਚੱਲ ਰਹੇ ਆ. ਦਿਸ ਵੈਰੀ ਮਿਥ ਪਜ਼ਲਡ ਦਾ ਐਸਟਰੋਨੋਮਰਸ ਫॉर ਵੈਰੀ ਲੌਂਗ ਟਾਈਮ. ਠੀਕ ਹੈ, ਤੇ ਇਸੇ ਮਿਥ ਨੇ ਬਹੁਤ ਸਾਰੇ ਵਿਗਿਆਨੀਆਂ ਨੂੰ ਬਹੁਤ ਲੰਬਾ ਸਮਾਂ ਪਜ਼ਲ ਕਰੀ ਰੱਖਿਆ. ਠੀਕ ਹੈ, ਉਹਨਾਂ ਨੂੰ ਭੰਬਲ ਭੂਸੇ ਵਿੱਚ ਪਾਈ ਰੱਖਿਆ. ਅਲਟੀਮੇਟਲੀ ਇਟ ਵਾਸ ਡਿਸਕਵਰਡ ਬਾਈ ਸਾਇੰਟਿਸਟ ਲਾਈਕ ਗੈਲੀਲੀਓ, ਕੋਪਰਨਿਕਸ ਦੈਟ ਦਾ ਸਨ ਇਜ਼ ਸਟੇਸ਼ਨਰੀ ਐਂਡ ਦਾ ਅਰਥ ਇਜ਼ ਮੂਵਿੰਗ. ਠੀਕ ਹੈ, ਤੇ ਫਿਰ ਬਾਅਦ ਦੇ ਵਿੱਚ ਜਾ ਕੇ ਇਸ ਗੱਲ ਦੀ ਖੋਜ ਹੋਈ, ਜਿਸ ਤਰ੍ਹਾਂ ਜਿਹੜੇ ਵਿਗਿਆਨੀ ਸੀ ਗੈਲੀਲੀਓ ਜਾਂ ਕੋਪਰਨਿਕਸ, ਉਹਨਾਂ ਨੇ ਕੀਤੀ ਕਿ ਜਿਹੜਾ ਸੂਰਜ ਆ ਉਹ ਸਥਿਰ ਹੈਗਾ, ਉਹ ਖੜਾ ਹੈ ਤੇ ਧਰਤੀ ਜਿਹੜੀ ਆ ਉਹ ਘੁੰਮ ਰਹੀ ਆ. ਵਾਟ ਅ ਗ੍ਰੇਟ ਡਿਸਕਵਰੀ, ਕਿੰਨੀ ਮਹਾਨ ਖੋਜ ਹੈ. Beside moving around the sun, our earth also moves on its own axis. We call it the rotation of the earth and moving around the sun is called the revolution of the earth. हाँ जी, ਜਦੋਂ ਧਰਤੀ ਆਪਣੇ ਧੁਰੇ ਦੇ ਦੁਆਲੇ ਘੁੰਮਦੀ ਆ, ਠੀਕ ਹੈ, ਤੇ ਉਹਨੂੰ ਆਪਾਂ ਕਹਿ ਦਿੰਦੇ ਆ ਰੋਟੇਸ਼ਨ ਆਫ ਦਾ ਅਰਥ. ਠੀਕ ਹੈ, ਤੇ ਜਦੋਂ ਧਰਤੀ ਸਨ ਦੇ ਦੁਆਲੇ ਘੁੰਮਦੀ ਆ, ਸੂਰਜ ਦੇ ਦੁਆਲੇ ਘੁੰਮਦੀ ਆ, ਤਾਂ ਆਪਾਂ ਉਹਨੂੰ ਕਹਿ ਦਿੰਦੇ ਆ ਰੈਵੋਲੂਸ਼ਨ ਆਫ ਦਾ ਅਰਥ. ਸੋ ਇਹ 2 ਟਰਮਸ ਹੈਗੀਆਂ, ਇੱਕ ਤਾਂ ਰੋਟੇਸ਼ਨ ਆਫ ਦਾ ਅਰਥ ਤੇ ਦੂਸਰੀ ਰੈਵੋਲੂਸ਼ਨ ਆਫ ਦਾ ਅਰਥ. ਇਹਨੂੰ ਤੁਸੀਂ ਯਾਦ ਰੱਖਣਾ. ਠੀਕ ਹੈ, ਸਾਰੇ ਚੈਪਟਰ ਦੇ ਵਿੱਚ ਇਹ 2 ਚੀਜ਼ਾਂ ਤੇ ਹੀ ਡਿਸਕਸ਼ਨ ਹੈਗੀ ਆ ਕਿ ਰੋਟੇਸ਼ਨ ਅਰਥ ਦੀ ਕੀ ਹੁੰਦੀ ਹੈ ਜਾਂ ਰੈਵੋਲੂਸ਼ਨ ਅਰਥ ਦੀ ਕੀ ਹੁੰਦੀ ਹੈ. ਠੀਕ ਹੈ, ਹਾਂਜੀ, ਸਭ ਤੋਂ ਪਹਿਲਾਂ ਹੁਣ ਆਪਾਂ ਰੋਟੇਸ਼ਨ ਬਾਰੇ ਪੜਾਂਗੇ. ਠੀਕ ਹੈ, ਰੋਟੇਸ਼ਨ ਦਾ ਮਤਲਬ ਦੈਨਿਕ ਗਤੀ ਹੈ ਨਾ. ਜਸਟ ਰੋਟੇਟ ਦਾ ਗਲੋਬ, ਇਟ ਵਿਲ ਰੋਟੇਟ ਅਰਾਊਂਡ ਇਟਸ ਐਕਸਲ. ਹਾਂਜੀ, ਤੁਸੀਂ ਹੁਣ ਇੱਕ ਵਾਰੀ ਇੱਕ ਐਕਟੀਵਿਟੀ ਕਰਕੇ ਦੇਖਣੀ. ਗਲੋਬ ਲੈ ਲੈਣਾ ਤੁਸੀਂ. ਠੀਕ ਹੈ, ਗਲੋਬ ਨੂੰ ਰੋਟੇਟ ਕਰਕੇ ਦੇਖੋ, ਗਲੋਬ ਨੂੰ ਘੁਮਾ ਕੇ ਦੇਖਣਾ, ਤੇ ਇਹ ਤੁਸੀਂ ਦੇਖੋਗੇ ਕਿ ਇਹ ਆਪਣੇ ਧੁਰੇ ਦੇ ਦੁਆਲੇ ਰੋਟੇਟ ਕਰੇਗਾ, ਘੁੰਮੇਗਾ. ਠੀਕ ਹੈ, ਸਿਮਿਲਰਲੀ ਅਰਥ ਰੋਟੇਟਸ ਔਨ ਇਟਸ ਐਕਸਿਸ. ਤੇ ਇਸੇ ਤਰ੍ਹਾਂ ਜਿਹੜੀ ਧਰਤੀ ਆ ਉਹ ਵੀ ਆਪਣੇ ਧੁਰੇ ਦੇ ਦੁਆਲੇ ਘੁੰਮਦੀ ਆ. ਇਟ ਕੰਪਲੀਟਸ ਇਟਸ ਰਾਊਂਡ ਅਲੋਂਗ ਇਟਸ ਐਕਸਿਸ ਇਨ 24 ਆਵਰਸ ਇਨ ਦਾ ਡਾਇਰੈਕਸ਼ਨ ਵੈਸਟ ਟੂ ਈਸਟ. ਹਾਂਜੀ, ਇੱਥੇ ਤੁਸੀਂ ਇਹ ਚੀਜ਼ ਇੱਕ ਹੋਰ ਹੁਣ ਆ ਕੁਐਸਚਨ ਬਣ ਗਿਆ, ਇਹ ਯਾਦ ਰੱਖਣਾ ਕਿ ਜਿਹੜੀ ਧਰਤੀ ਆ ਉਹ ਆਪਣੇ ਧੁਰੇ ਦੇ ਦੁਆਲੇ ਜਿਹੜਾ ਚੱਕਰ ਆ ਉਹ ਕਿੰਨੇ ਟਾਈਮ 'ਚ ਪੂਰਾ ਕਰਦੀ ਆ, 24 ਆਵਰਸ ਦੇ ਵਿੱਚ. ਤੇ ਉਹ ਕਿਹੜੀ ਡਾਇਰੈਕਸ਼ਨ ਤੋਂ ਕਿੱਧਰਲੀ ਡਾਇਰੈਕਸ਼ਨ ਨੂੰ ਘੁੰਮਦੀ ਆ, ਵੈਸਟ ਟੂ ਈਸਟ. ਉਹ ਵੈਸਟ ਟੂ ਈਸਟ, ਪੱਛਮ ਤੋਂ ਪੂਰਬ ਵੱਲ ਦੀ ਦਿਸ਼ਾ ਨੂੰ ਘੁੰਮਦੀ ਆ, ਤੇ ਉਹ 24 ਘੰਟੇ ਦੇ ਵਿੱਚ ਇੱਕ ਚੱਕਰ ਪੂਰਾ ਕਰਦੀ ਆ. ਤੇ ਇਸੇ ਪ੍ਰੋਸੈਸ ਨੂੰ ਹੀ ਆਪਾਂ ਕੀ ਕਹਿ ਦਿੰਦੇ ਆ, ਦਿਸ ਇਜ਼ ਕਾਲਡ ਰੋਟੇਸ਼ਨ ਆਫ ਦਾ ਅਰਥ. ਤੇ ਇਸੇ ਨੂੰ ਆਪਾਂ ਧਰਤੀ ਦੀ ਰੋਟੇਸ਼ਨ ਕਹਿ ਦਿੰਦੇ ਆ, ਧਰਤੀ ਦੀ ਦੈਨਿਕ ਗਤੀ ਕਹਿ ਦਿੰਦੇ ਆ. The axis is an imaginary line that passes through its center. ਹਾਂਜੀ, ਹੁਣ ਇੱਕ ਚੀਜ਼ ਹੋਰ ਕਿ ਜਿਹੜੀ ਐਕਸਿਸ ਆ ਉਹ ਕੀ ਆ, ਇੱਕ ਧੁਰਾ ਜਿਹੜਾ ਇਹਦੀ ਆ ਉਹ ਇੱਕ ਇਮੇਜਨਰੀ ਲਾਈਨ ਹੈ, ਇੱਕ ਕਲਪਿਤ ਰੇਖਾ ਆ ਜਿਹੜੀ ਕਿ ਧਰਤੀ ਦੇ ਸੈਂਟਰ ਦੇ ਵਿੱਚੋਂ ਦੀ
क्रॉस करती है, ठीक है, गुजरती है। इट्स टू एंड्स आर द नॉर्थ पोल एंड द साउथ पोल, ठीक है। तो ये जोड़े दो धुरे आ आले दुआले उन्होंने आप कह दें जिथे एंड्स है ये, ठीक है, उन्होंने आप कह दें एक नू ऊपर वाली साइड नॉर्थ पोल तो नीचे वाली साइड साउथ पोल। दिस एक्सिस इज इनक्लाइंड टू द प्लेन ऑफ द अर्थ्स ऑर्बिट एट एन एंगल ऑफ 66 1/2 डिग्री, ठीक है। तो यह जी धरती का धुरा आ, ठीक है, वो सीधा नहीं हैगा, ठीक है, वो झुकिया होया आ तो वह अपने जोड़ा ग्रह पाते वह धरती का वो 66 से 1/2 डिग्री का कोण बनाता है, ठीक है। दिस इज़ सिमिलर टू वट इज़ इन द केस ऑफ द ग्लोब। तो ये सारा कुछ ग्लोब के उपर बिल्कुल उस तरीके दे नाल दिखाया गया होंदा, ठीक है, कि जिहड़ी धरती है वो अपने ग्रह पंथ दे नाल अपने ऑर्बिट दे नाल 66 से ही 1/2 डिग्री का कोण बनाउंदी है, ठीक है। हाँ जी, आ डायग्राम दे विच सेम वही चीज़ दिखाई हुई है, द इंक्लिनेशन ऑफ द अर्थ, ठीक है, कि धरती का झुकाव जोड़ा धुरे का, ठीक है, धरती के धुरे का झुकाव जोड़ा वो, ठीक है। हुण आ सेंटर च की है एक्सिस, इधर आ गई इक्वेटर, ठीक है, तो वैसट टू ईस्ट की रोटेशन दिखाई गई है। जी धरती है वह वैसट टू ईस्ट डायरैक्शन जी रोटेट करती है, ठीक है। इट इज़ बिकॉज ऑफ द अर्थ रोटेशन दैट द सन सीम्स टू बी राइजिंग एंड सैटिंग, ठीक है, यह धरती की रोटेशन करके ही है, धरती की गति करके ही है, दैनिक गति करके कि जो सानू सूरज चढ़ता या छिपदा दिखाई दिंदा है। वैन द अर्थ मूव्स ऑन इट्स एक्सिस, जदों धरती अपने धुरे दे दुआले घूमदी आ, हाफ ऑफ इट्स सरफेस फेसिस द सन एट अ टाइम वाइल द अदर हाफ रिमेन्स अवे फ्रॉम द सनलाइट। तो वो जदों धरती घूमदी आ तो वो जिहड़ा एक हिस्सा आ वो सूरज के सामने आ जाता, ठीक है, तो दूसरा हिस्सा जिहड़ा वो सूरज तो जिहड़ी सूरज की रोशनी हुंदी उस तो दूर हो जाता, ठीक है, तो उत्थे की हो जाता फिर रात हो जाती है। हाँ जी, आ डायग्राम्स देख लो, रोटेटिंग टॉप, ठीक है, इधरली साइड फर्स्ट वाली रोटेशन जिहड़ी है टॉप की दिखाई गई है कि जदों तुसीं इहनूं घुमाओगे, घुमा के देखते हैं इस तरह वो अपने धुरे के दुआले जिहड़ी है घूमदी आ। फिगर 3.2 च देखो रोटेशन ऑफ द अर्थ, धरती की दैनिक गति की जिहड़ी ये एक्टिविटी एक दिखाई गई है। तो आ हैगा सेंटर च ग्लोब देखो तुसी, सपोज तो इधरों टॉर्च दे नाल तुसी लाइट, सपोज आ टॉर्च की है, इत्थे सन आ, ठीक है, सूरज की रोशनी पै रही है सामने, वो हाफ साइड ते पै रही है, तो जिथे जिथे सूरज की रोशनी है उत्थे की होएगा दिन धरती ते, ते जिहड़ी दूसरी साइड हो गई जो इत्थे सूरज की रोशनी नहीं हैगी उत्थे की होएगा रात, ठीक है। सो ये रोटेशन है, रोटेशन ऑफ द अर्थ। इस एक्टिविटी नूं तुसीं आप भी करके देख सकते हैं। As a result, in that part of the earth that receives sunlight, it is day, when in the other part it is night, ठीक है। तो इस दे नतीजे वजों धरती के जिस हिस्से के उपर सूरज की रोशनी हुण पैंदी आ उत्थे दिन हो जाता, तो दूजे पासे जिथे नहीं उत्थे रात हो जाती है। दिस phenomena alternating day and night is the result of the earth's movement on its axis। तो धरती के अपने धुरे की जिहड़ी मूवमेंट आ, ठीक है, वो करके ही दिन ते रात बनते आ। द मूवमेंट इज़ सिमिलर एज द टॉप शोन विद फिगर 3.2। तो उपर वाली डायग्राम दे विच फिगर दे विच भी यही मूवमेंट दिखाई गई है, ठीक है। नैक्सट आ गया इफैक्ट्स ऑफ रोटेशन। हुण आपां देख लिया कि रोटेशन की हुंदी है ना, रोटेशन तो क्लीयर हो गया कि जदों धरती अपने धुरे दे दुआले घूमदी आ उहनूं आपां की कह दिंदे आ रोटेशन ऑफ द अर्थ। तो हुण आपां ये देखना कि इस रोटेशन के प्रभाव की पैंदे आ, ठीक है, इफैक्ट्स की है रोटेशन के। नंबर 1, सपोज इफ द अर्थ स्टॉप्स रोटेटिंग दैन 1/2 ऑफ इट्स पार्ट वुड बी परमानेंटली इन डे लाइट वाइल द अदर हाफ वुड हैव अ परपैचुअल नाइट, ठीक है। जे मान लो जेकर धरती जिहड़ी रुक जाती है अपनी रोटेटिंग तो घूमणों रुक जाती है तो एक हिस्सा जिहड़ा उत्थे हमेशा दे लई दिन हो जाएगा तो दूजे पासे ते हमेशा लई रात हो जाएगी। Thus, it is because of the rotation of the earth that days and nights are caused and they follow each other in all parts of the earth, ठीक है। सो इसी प्रकार जिहड़ी ये धरती की रोटेशन है इसे करके सारी धरती के अलग अलग हिस्सों के उपर दिन अते रात बनते आ, ठीक है। नंबर 2, द अर्थ मूव्स फ्रॉम वैसट टू ईस्ट। तो धरती किधरों किधर नूं घुमदी आ, पश्चिम तो पूरब वल नूं घुमदी आ, ये याद रखना। द अर्थ मूव्स फ्रॉम वैसट टू ईस्ट, धरती पश्चिम तो पूरब वल नूं घुमदी आ। इट इज़ बिकॉज ऑफ दिस मूवमेंट दैट इज़ रोटेशन ऑफ द अर्थ
that sun, moon and stars appear moving around the earth from east to west। ठीक है, क्योंकि इसे मूवमेंट के द्वारा, इसे रोटेशन के द्वारा ਆਪਾਂ ਨੂੰ इस तरह लगता कि जिस तरह सन, मून ਜਾਂ स्टार्स ਜਿਹੜੇ ਆ ਉਹ ਘੁੰਮ ਰਹੇ ਆ ਪੂਰਬ ਤੋਂ ਪੱਛਮ ਵੱਲ ਨੂੰ, ਜਦ ਕਿ ਅਸਲ ਦੇ ਵਿੱਚ ਧਰਤੀ ਘੁੰਮ ਰਹੀ ਹੁੰਦੀ ਆ ਪੱਛਮ ਤੋਂ ਪੂਰਬ ਦੀ ਦਿਸ਼ਾ ਨੂੰ। ਠੀਕ ਹੈ। ਨੰਬਰ 3, both in morning and evening the rays of the sun are slanting। ठीक है, ਸਵੇਰੇ ਤੇ ਸ਼ਾਮ ਦੇ ਸਮੇਂ ਜਿਹੜੀਆਂ ਸੂਰਜ ਦੀਆਂ ਕਿਰਨਾਂ ਹੁੰਦੀਆਂ ਉਹ ਤਿਰਛੀਆਂ ਪੈਂਦੀਆਂ। they fall on a large areas of the earth ਤੇ ਉਹ ਧਰਤੀ ਦਾ ਜ਼ਿਆਦਾ ਹਿੱਸਾ ਘੇਰ ਲੈਂਦੀਆਂ। so there is lesser heat during this time ਤੇ ਇਸੇ ਕਰਕੇ ਇਸ ਸਮੇਂ ਘੱਟ ਗਰਮੀ ਹੁੰਦੀ ਆ। but at noon the rays of the sun are more or less vertical। ਪਰ ਇਹ ਦੁਪਹਿਰ ਦੇ ਟਾਈਮ ਤੇ ਜਿਹੜੀ ਸੂਰਜ ਦੀ ਰੋਸ਼ਨੀ ਹੁੰਦੀ ਆ ਉਹ ਸਿੱਧੀ ਹੁੰਦੀ ਆ। ਠੀਕ, ਧਰਤੀ ਦੇ ਉੱਪਰ ਸਿੱਧੀ ਪੈਂਦੀ ਆ। they fall on smaller area and make it very hot। so noons are comparatively hotter as compared to both mornings and evenings। ਠੀਕ ਹੈ, ਤੇ ਜਦੋਂ ਉਹ ਸਿੱਧੀਆਂ, ਜਦੋਂ ਸੂਰਜ ਦੀ ਰੋਸ਼ਨੀ ਜਿਹੜੀ ਹੈ, ਸੂਰਜ ਦੀਆਂ ਕਿਰਨਾਂ ਉਹ ਸਿੱਧੀਆਂ ਇੱਕ ਜਗ੍ਹਾ ਤੇ ਪੈਂਦੀਆਂ ਤਾਂ ਉਹ ਘੱਟ ਜਗ੍ਹਾ ਘੇਰਦੀਆਂ। ਠੀਕ ਹੈ, ਤੇ ਉੱਥੇ ਫਿਰ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਬਜਾਏ ਇਸ ਦੇ ਕਿ ਸਵੇਰੇ ਤੇ ਸ਼ਾਮ ਦੇ, ਕਿਉਂਕਿ ਸਵੇਰੇ ਤੇ ਸ਼ਾਮ ਨੂੰ ਉਹਦੇ ਕੰਪੈरेटिवली ਘੱਟ ਗਰਮੀ ਹੁੰਦੀ ਆ ਤੇ ਦੁਪਹਿਰ ਦੇ ਟਾਈਮ ਵੱਧ ਗਰਮੀ ਹੁੰਦੀ ਆ। ਰਿਮੈਂਬਰ ਡੇਜ਼ ਐਂਡ ਨਾਈਟਸ ਆਰ ਆਫ ਦਾ ਸੇਮ ਡਿਊਰੇਸ਼ਨ ਔਨ ਦਾ ਇਕੁਏਟਰ। these decrease or increase in the northward or southward। ਤੇ ਇਹ ਗੱਲ ਵੀ ਤੁਸੀਂ ਯਾਦ ਰੱਖਣੀ ਆ ਕਿ ਜਿਹੜੇ ਇਕੁਏਟਰ ਆ, ਭੂਮੱਧ ਰੇਖਾ, ਉੱਥੇ ਦਿਨ ਅਤੇ ਰਾਤ ਜਿਹੜੇ ਉਹ ਬਰਾਬਰ ਹੁੰਦੇ ਆ। ਠੀਕ ਹੈ, ਤੇ ਜਦੋਂ ਆਪਾਂ ਉੱਤਰ ਵੱਲ ਨੂੰ ਜਾਂ ਦੱਖਣ ਵੱਲ ਨੂੰ ਜਾਂਦੇ ਆ ਤਾਂ ਉਦੋਂ ਇਹ ਘਟਦੇ ਜਾਂ ਵੱਧਦੇ ਰਹਿੰਦੇ ਆ। ਠੀਕ ਹੈ। ਨੰਬਰ 4, all sea breezes, permanent winds while blowing turn towards a right or left hand। ਤੇ ਜਿੰਨੀਆਂ ਵੀ ਹਵਾਵਾਂ ਹੁੰਦੀਆਂ, ਠੀਕ ਹੈ, ਚਾਹੇ ਉਹ ਜਲ ਸਮੀਰ ਹੁੰਦੀਆਂ ਚਾਹੇ ਉਹ ਥਲ ਸਮੀਰ ਹੁੰਦੀਆਂ, ਉਹ ਆਪਣੇ ਸੱਜੇ ਜਾਂ ਖੱਬੇ ਪਾਸੇ ਨੂੰ ਮੁੜਦੀਆਂ ਆ ਜਾਂ ਝੁਕਦੀਆਂ ਆ। ਬਿਕੋਜ਼ ਅਕੋਰਡਿੰਗ ਟੂ ਫੈਰਲਸ ਲਾਅ, winds blowing northwards, that is in the northern hemisphere, instead of blowing straight, turn to their right hand and turn toward the left hand while moving in southern hemisphere। ਠੀਕ ਹੈ, ਸੋ ਜਿਹੜੀਆਂ ਇਹ ਹਵਾਵਾਂ ਹੁੰਦੀਆਂ ਇਹ ਵੀ ਸਿੱਧੀਆਂ ਹੀ ਨਹੀਂ ਵਗਦੀਆਂ। ਠੀਕ ਹੈ, ਇਹ ਝੁਕ ਕੇ ਵਗਦੀਆਂ ਇੱਕ ਸਾਈਡ ਨੂੰ। ਠੀਕ ਹੈ, ਕਿਉਂਕਿ ਜਿਹੜਾ ਫੈਰਲ ਦਾ ਲਾਅ ਉਹਦੇ ਅਕੋਰਡਿੰਗ ਉਹ ਸਿੱਧੀਆਂ ਹੀ ਨਹੀਂ ਵਗਦੀਆਂ। ਠੀਕ ਹੈ, ਤੇ ਵਿਗਿਆਨੀ ਨੇ, ਜਿਹੜੇ ਫੈਰਲ ਨਾਂ ਦੇ ਵਿਗਿਆਨੀ ਨੇ ਇੱਕ ਖੋਜ ਕੀਤੀ ਆ ਕਿ ਜਿਹੜੀ ਉੱਤਰੀ ਅਰਧਗੋਲਾ ਆ, ਠੀਕ ਹੈ, ਉਹਦੇ 'ਚ ਜਿਹੜੀ ਹਵਾ ਚੱਲਦੀ ਆ ਉਹ ਸੱਜੇ ਵੱਲ ਨੂੰ ਮੁੜਦੀ ਆ। ਠੀਕ ਹੈ, ਤੇ ਜਿਹੜੀ ਦੱਖਣੀ ਅਰਧਗੋਲੇ ਦੇ ਵਿੱਚ ਹੁੰਦੀ ਆ ਉਹ ਖੱਬੇ ਵੱਲ ਨੂੰ ਮੁੜਦੀ ਆ। ਠੀਕ ਹੈ। all this is due to the rotations of the earth। ਤੇ ਇਹ ਸਾਰਾ ਕੁਝ ਅਰਥ ਦੀ ਰੋਟੇਸ਼ਨ ਦੇ ਕਰਕੇ ਹੀ ਹੁੰਦਾ ਹੈ। ਧਰਤੀ ਦੀ ਜਿਹੜੀ ਦੈਨਿਕ ਗਤੀ ਆ ਉਹਦੇ ਕਾਰਨ ਹੀ ਹੁੰਦਾ ਹੈ। ਠੀਕ ਹੈ। ਹਾਂਜੀ, ਨੈਕਸਟ ਪਾਰਟ ਆ ਗਿਆ ਆਪਣਾ ਰੈਵੋਲੂਸ਼ਨ ਆਫ ਦਾ ਅਰਥ। ਹੁਣ ਇਹਨੂੰ ਆਪਾਂ ਕਹਿ ਦਿੰਦੇ ਆ ਧਰਤੀ ਦੀ ਵਾਰਸ਼ਿਕ ਗਤੀ। ਠੀਕ ਹੈ, ਰੈਵੋਲੂਸ਼ਨ ਆਫ ਦਾ ਅਰਥ, ਧਰਤੀ ਦੀ ਵਾਰਸ਼ਿਕ ਗਤੀ। ਇੱਕ ਆਪਾਂ ਉੱਪਰ ਆਲਰੇਡੀ ਪੜ੍ਹ ਲਈ। ਠੀਕ ਹੈ, ਰੋਟੇਸ਼ਨ। ਹੁਣ ਨੈਕਸਟ ਆ ਗਈ ਰੈਵੋਲੂਸ਼ਨ। Earth revolves around the sun and completes its cycle in 365 1/4 days, 365 days and 6 hours। ठीक है, ਧਰਤੀ ਆਪਣੀ ਜਿਹੜਾ ਸੂਰਜ ਆ ਉਹਦੇ ਦੁਆਲੇ ਇੱਕ ਚੱਕਰ ਪੂਰਾ ਕਰਦੀ ਆ 365 ਸੇ 1/4 ਦਿਨਾਂ ਦੇ ਵਿੱਚ, ਜਾਂ ਆਪਾਂ ਇਹਨੂੰ ਕਹਿ ਸਕਦੇ ਹਾਂ 365 ਦਿਨ ਤੇ 6 ਘੰਟੇ। ਠੀਕ ਹੈ, calculating it in this way we add 1 day, 6 × 4 = 24 hours to the calendar in the 4th year। ਤੇ ਜਦੋਂ ਆਪਾਂ ਇਹ ਕੈਲਕੂਲੇਸ਼ਨ ਕਰਦੇ ਹਾਂ, ਠੀਕ ਹੈ, ਤਾਂ ਆਪਾਂ ਹਰੇਕ ਚੌਥੇ ਸਾਲ ਦੇ ਵਿੱਚ ਇੱਕ ਦਿਨ ਐਡ ਕਰ ਦਿੰਦੇ ਹਾਂ। ਠੀਕ ਹੈ, ਕਿਉਂਕਿ 6-6 ਘੰਟੇ ਸਾਰੇ ਸਾਲਾਂ ਦੇ ਮਿਲਾ ਕੇ 24 ਘੰਟੇ ਬਣ ਜਾਂਦੇ ਚੌਥੇ ਸਾਲ 'ਚ, ਤੇ ਉਹ ਆਪਾਂ ਇੱਕ ਦਿਨ ਚੌਥੇ ਸਾਲ ਦੇ ਵਿੱਚ ਐਡ ਕਰ ਦਿੰਦੇ ਹਾਂ। ਦਿਸ ਈਅਰ ਇਜ਼ ਕਾਲਡ ਦਾ ਲੀਪ ਈਅਰ। ਤੇ ਉਸ ਸਾਲ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਲੀਪ ਈਅਰ ਕਹਿ ਦਿੰਦੇ ਹਾਂ। ਦਸ ਐਵਰੀ 4th ਈਅਰ ਇਨ ਦ ਸੋਲਰ ਕੈਲੰਡਰ ਹੈਜ਼ 366 ਡੇਜ਼। ਠੀਕ ਹੈ, ਤੇ ਇਸ ਲਈ ਜਿਹੜਾ ਇਹ ਚੌਥੇ ਸਾਲ ਦੇ ਵਿੱਚ ਕੈਲੰਡਰ ਬਣਦਾ ਸਾਲ ਦਾ, ਉਹਦੇ 'ਚ ਕਿੰਨੇ ਦਿਨ ਹੁੰਦੇ ਆ? 366 ਦਿਨ। ਦ ਐਕਸਟਰਾ ਡੇ ਇਜ਼ ਐਡਡ ਟੂ ਫੈਬਰਰੀ। ਤੇ ਇੱਕ ਦਿਨ ਜਿਹੜਾ ਐਕਸਟਰਾ ਐਡ ਕੀਤਾ ਜਾਂਦਾ ਉਹ ਫਰਵਰੀ ਦੇ ਮਹੀਨੇ 'ਚ ਐਡ ਕਰ ਦਿੱਤਾ ਜਾਂਦਾ। ਇਨ ਐਨ ਆਰਡੀਨਰੀ ਈਅਰ ਫੈਬਰਰੀ ਹੈਜ਼ 28 ਡੇਜ਼ ਵਾਈਲ ਇਨ ਅ ਲੀਪ ਈਅਰ ਇਟ ਹੈਜ਼ 29 ਡੇਜ਼। ਠੀਕ ਹੈ, ਆਮ ਸਾਲ ਜਿਹੜਾ ਹੁੰਦਾ ਉਹਦੇ ਦੇ ਵਿੱਚ ਫਰਵਰੀ ਦੇ ਮਹੀਨੇ 'ਚ 28 ਦਿਨ ਹੁੰਦੇ ਆ, ਬਟ ਜਿਹੜਾ ਲੀਪ ਦਾ ਸਾਲ ਹੁੰਦਾ ਉਹਦੇ 'ਚ ਕਿੰਨੇ ਹੁੰਦੇ ਆ? 29 ਦਿਨ। Remember, a year divisible by 4 is treated as a leap year,
that is 1984, 1992, 2000 and 2004 are leap years। ठीक है, तो ये गल याद रखनी है कि जिस साल नूं तुसीं 4 दे नाल डिवाइड कर सकते हैं, ठीक है, उस नूं आपां लीप ईयर कह दिंदे आ। ते ये सारे लीप ईयर दियां एग्जाम्पल्स हैगियां। 1984 च, 1992 च, 2000 च ते 2004 ये सारे लीप साल आ। ठीक है, लीप दे ईयर्स आ। While moving around the sun, the earth moves on a specific elliptical path as shown in figure 3.4। ਜਦੋਂ ਧਰਤੀ ਸੂਰਜ ਦੇ ਦੁਆਲੇ ਚੱਕਰ ਲਗਾਉਂਦੀ ਆ, ਠੀਕ ਹੈ, ਤਾਂ ਉਹ ਇੱਕ ਖਾਸ ਪਾਥ ਦੇ ਵਿੱਚੋਂ ਦੀ ਜਾਂਦੀ ਆ। ਠੀਕ ਹੈ, ਦਿਸ ਪਾਥ ਇਜ਼ ਆਲਸੋ ਨੋਨ ਐਜ਼ ਪਲੈਨੇਟਰੀ ਪਾਥ। ਤੇ ਇਸ ਪਾਥ ਨੂੰ ਆਪਾਂ ਕੀ ਕਹਿ ਦਿੰਦੇ ਆ? ਗ੍ਰਹਿ ਪੰਧ। ਠੀਕ ਹੈ, अर्थ revolves around the sun with the speed of approximately 1,05,600 किलोमीटर पर आवर। ਤੇ ਜਿਹੜੀ ਅਰਥ ਆ ਜਦੋਂ ਸੂਰਜ ਦੇ ਦੁਆਲੇ ਚੱਕਰ ਲਗਾਉਂਦੀ ਆ ਤਾਂ ਉਹਦੀ ਸਪੀਡ ਲਗਭਗ 1,05,000 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਆ। ਸਨ ਰਿਮੇਨਸ ਇਨ ਦਾ ਸੈਂਟਰ ਆਫ ਦਾ ਪਾਥ। ਤੇ ਸਨ ਜਿਹੜਾ ਸੂਰਜ ਆ ਉਹ ਇਸ ਪਾਥ ਦੇ ਸੈਂਟਰ ਦੇ ਵਿੱਚ ਹੀ ਰਹਿੰਦਾ। ਸਨ ਇਜ਼ 15 ਕਰੋੜ ਕਿਲੋਮੀਟਰ ਅਵੇ ਫਰੋਮ ਦਾ ਅਰਥ। ਤੇ ਇਹ ਚੀਜ਼ ਨੂੰ ਵੀ ਤੁਸੀਂ ਯਾਦ ਰੱਖ ਲਓ, ठीक है, कि सूरज धरती तो 15 करोड़ किलोमीटर की दूरी ते है। हाँ जी, आ फिर एक डायग्राम दिखाई गई है। ये डायग्राम्स नूं तुसीं अपनी नोटबुक्स के उपर ड्रॉ भी कर लियो। रेवोल्यूशन ऑफ द अर्थ 3.3 फिगर च दिखाया गया। इधरली साइड सन, ठीक है, तो सामने देखो सब तो उपर की है सेंटर दे विच अर्थ की एक्सिस धुरा इहदा, ते सब तो उपर हैगा आर्कटिक सर्कल। फिर उस तो नीचे आके 23 1/2 डिग्री नॉर्थ दे विच हैगा ट्रॉपिक ऑफ कैंसर। सेंटर दे विच आ गया इक्वेटर 0 डिग्री ते। ठीक है, उस तो नीचे साउथ वाल नूं आ गया ट्रॉपिक ऑफ कैप्रिकॉन 23 1/2 डिग्री साउथ दे विच। ते उस तो नीचे आ गया अंटार्कटिक सर्कल। ते ये डायग्राम्स नूं भी तुसीं अपनी नोटबुक्स के उपर ड्रॉ कर लियो। ड्यू टू द इंक्लिनेशन ऑफ द अर्थ's axis in the northern hemisphere from March 22nd to September 22nd, the North Pole receives sunlight continuously for 6 months। हाँ जी, हुण जिहड़ी धरती का झुकाव हैगा, धरती के धुरे का झुकाव हैगा, उहदे करके जिहड़ा नॉर्दर्न हैमिसफेयर आ, उत्तरी अर्धगोला आ, उत्थे 22 मार्च तो लैके 22 सितंबर तक जिहड़ी सूरज की रोशनी हैगी आ वो 6 महीने तक सीधी पैंदी आ। ठीक है, while on the south pole the sun shines continuously for the other 6 months। तो इसी तरह साउथ पोल के उपर दक्षिणी ध्रुव के उपर अगले 6 महीनों तक सूरज चमकदा है। इन दिस वे एट द पोल्स देयर आर डेज एंड नाइट्स ऑफ 6 months ड्यूरेशन ईच। तो इसे करके 6-6 महीने की उत्तरी ध्रुव ते दक्षिणी ध्रुव ते 6 महीने का दिन और 6 महीने की रात होंदी है। डेज एंड नाइट्स आर ऑफ इक्वल ड्यूरेशन थ्रू आउट द वर्ल्ड ऑन March 21 एंड September 23। ठीक है, तो पूरी दुनिया के उपर 21 मार्च ते 23 सितंबर नूं दिन अते रात जिहड़े वो इक्को जिहे हुंदे आ। बिकॉज ऑन दीज 2 days नाइदर ऑफ द 2 poles इज़ इनकलाइंड टूवर्ड्स द सन। ते कि इन्हां दोनों दिनां दे विच ही दो जिहड़े पोल्स हैगे दोनों वो सूरज दे पासे नूं झुके हुए नहीं हुंदे। दिस प्रोसैस इज़ कॉल्ड एक्यूनॉक्स। ठीक है, तो इस प्रोसैस नूं, इस क्रिया नूं आपां कह दिंदे आ एक्यूनॉक्स जां बिसूवी। ठीक है, ਜਿਹੜੀਆਂ ਇਹ ਟਰਮਸ ਹੈਗੀਆਂ ਇਹ ਤੁਸੀਂ ਯਾਦ ਰੱਖਣੀਆਂ। ਰੋਟੇਸ਼ਨ ਕੀ ਹੁੰਦੀ ਆ, ਰੈਵੋਲੂਸ਼ਨ ਕੀ ਹੁੰਦੀ ਆ, ਠੀਕ, ਅਰਥਸ ਔਰਬਿਟ ਕੀ ਹੁੰਦਾ ਆ, ਐਕੁਇਨੌਕਸ ਕੀ ਹੁੰਦਾ ਆ। ਠੀਕ ਹੈ ਜੀ, ਆ ਦੁਬਾਰਾ ਤੋਂ ਐਕੁਇਨੌਕਸ ਦਾ ਕਨਸੈਪਟ ਜਿਹੜੀ ਆ ਟਰਮ ਆ ਉਹਨੂੰ ਦਿੱਤਾ ਗਿਆ। ਇਟ ਇਜ਼ ਦਾ ਟਾਈਮ ਵੈਨ ਦਾ ਸਨ ਰੇਜ਼ ਫॉल ਡਾਇਰੈਕਟਲੀ ਔਨ ਦਾ ਇਕੁਏਟਰ। ਐਜ਼ ਅ ਰਿਜ਼ਲਟ ਡੇਜ਼ ਐਂਡ ਨਾਈਟਸ ਆਰ ਆਫ ਇਕੁਅਲ ਡਿਊਰੇਸ਼ਨ। ਹਾਂਜੀ, ਹੁਣ ਇਕੁਇਨੌਕਸ ਦੀ डेफिनेशन एक बार देख लो, डिटेल देख लो कि ये अजिहा समा हुंदा जदों सूरज दीयां किरणां जिहड़ियां भूमध रेखा के उपर सिद्धियां पैंदियां ते इसे करके दिन अते रात जिहड़े आ उन्हां दी ड्यूरेशन आ ओह इक्को जी हुंदी आ, ओह बराबर हुंदे आ। नैक्सट आ गया द फिनोमेना ऑफ सीजन। हाँ, सीजन का मतलब रुत। ठीक है, रुत्तां दे विच तब्दीली जां रुत्तां च परिवर्तन किस तरह आउंदा। The phenomena of change of season is caused chiefly by the revolution of the earth around the sun and the inclinations of the earth's axis at an angle 66 1/2 degree to the plane of its orbit, which constantly points to the same direction। हाँ जी, हुण जिहड़ा रुत्तां दे विच परिवर्तन आ जां रुत्तां दे विच जिहड़ी तब्दीली आ ਉਹਦਾ ਅਸਲ ਵਿੱਚ ਕਾਰਨ ਕੀ ਹੁੰਦਾ? ਦਾ ਧਰਤੀ ਦੀ ਵਾਰਸ਼ਿਕ ਗਤੀ
ठीक है। ਇਹਦੇ ਕਰਕੇ ਹੀ ਰੁੱਤਾਂ ਦੇ ਵਿੱਚ ਤਬਦੀਲੀ ਆਉਂਦੀ ਹੈ। ਤੇ ਦੂਸਰਾ ਕਾਰਨ ਇਹ ਹੁੰਦਾ ਕਿ ਜਿਹੜਾ ਧਰਤੀ ਦੇ ਧੁਰੇ ਦਾ ਝੁਕਾਓ ਆ, ਠੀਕ ਹੈ, ਉਹ 66 ਸੇ 1/2 ਡਿਗਰੀ ਤੇ ਹੈਗਾ, ਜਿਹੜਾ ਕਿ ਉਹ ਸਿੱਧੀ ਨਹੀਂ ਘੁੰਮਦੀ, ਸਗੋਂ ਉਹ ਝੁਕ ਕੇ 66 ਸੇ 1/2 ਡਿਗਰੀ ਦਾ ਕੋਣ ਬਣਾ ਕੇ ਘੁੰਮਦੀ ਆ, ਠੀਕ ਹੈ। ਤੇ ਜਿਹੜੀ ਧਰਤੀ ਆ ਉਹ ਸਿੱਧੀ ਆਪਣੇ ਧੁਰੇ ਤੇ ਜਾਂ ਆਪਣੇ ਗ੍ਰਹਿ ਪੰਧ ਤੇ ਨਹੀਂ ਘੁੰਮਦੀ, ਸਗੋਂ ਉਹ 66 ਸੇ 1/2 ਡਿਗਰੀ ਦੇ ਐਂਗਲ ਤੇ ਘੁੰਮਦੀ ਆ, ਠੀਕ ਹੈ। ਇਟ ਕੈਨ ਬੀ ਅੰਡਰਸਟੂਡ ਵਿਦ ਦ ਹੈਲਪ ਆਫ ਦ ਡਾਇਗਰਾਮ ਵਿਚ ਸ਼ੋਜ਼ 4 ਪੋਜੀਸ਼ਨਸ ਆਫ ਦ ਅਰਥ ਡਿਊਰਿੰਗ ਇਟਸ ਰੈਵੋਲੂਸ਼ਨ ਅਰਾਊਂਡ ਦ ਸਨ। ਲੁੱਕ ਐਟ ਦ ਫਿਗਰ 3.4 ਵੀ ਓਬਜ਼ਰਵ। हाँ जी, हुण इस चीज़ नूं समझण दे लई नीचे डायग्राम दित्ती हुई आ, उहदी हेल्प दे नाल आपां समझ सकते हैं, जिहदे विच धरती दीयां सारियां पोजीशनस जिहड़ियां जदों रेवोल्यूशन करदी आ, घुंमदी आ, है ना, ते ओह दिखाईआं गईआं नीचे वाली फिगर च। ते उहदे च देखण तो बाद आपां नूं पता लगेगा द पोजीशन ऑन 21 ऑफ जून। हुण उहदे च आ नीचे वाली डायग्राम हैगी आ, इहदे विच तुसीं पहलां सब तो 21 ऑफ जून की जिहड़ी पोजीशन है इधर लैफ्ट साइड ते पहला वो देखनी है कि 21 जून की पोजीशन जिहड़ी आ वो की होएगी। हाँ जी, नंबर 1, नॉर्थ पोल इज़ इनक्लाइंड टूवर्ड्स द सन एंड द साउथ पोल इज़ अवे फ्रॉम इट, ठीक है। इट इज़ कॉन्टीन्यूस डार्कनैस ऑन साउथ पोल। तो 21 जून नूं की हुंदा, 21 जून की स्थिति की हुंदी आ कि इस दिन जिहड़ा नॉर्थ पोल हुंदा, उत्तरी ध्रुव हुंदा, ये सूरज वल नूं झुकिया हुंदा, ਤੇ ਸਾਊਥ ਪੋਲ ਜਿਹੜਾ ਦੱਖਣੀ ਧਰੁਵ ਆ ਉਹ ਇਸ ਤੋਂ ਦੂਰ ਹੁੰਦਾ, ਤੇ ਇਸ ਕਰਕੇ ਦੱਖਣੀ ਧਰੁਵ ਦੇ ਉੱਪਰ ਰਾਤ ਹੁੰਦੀ ਆ, ਠੀਕ ਹੈ। ਆ ਨੀਚੇ ਵਾਲੇ ਡਾਇਗਰਾਮ 'ਚ ਦਿਖਿਓ, ਆ ਨੀਚੇ ਵਾਲੀ ਡਾਇਗਰਾਮ 'ਚ ਦੇਖੋ, ਠੀਕ ਹੈ। ਦ ਪੋਜੀਸ਼ਨ ਆਫ ਅਰਥ ਔਨ 21 ऑफ जून, ठीक है। ਹਾਫ ਸਾਈਡ ਤੇ ਤੁਹਾਨੂੰ ਦਿਨ ਦਿਖ ਰਿਹਾ ਤੇ ਹਾਫ ਸਾਈਡ ਤੇ ਰਾਤ ਦਿਖ ਰਹੀ ਆ। ਹੋਰ ਇੱਥੇ ਕੀ ਹੁੰਦਾ ਇਸ ਦਿਨ? Major parts of the northern hemisphere are covered by the direct sun rays, as a result of which days are long and hot and it is summer in the northern hemisphere। ਤੇ ਦੂਸਰਾ ਕਿ ਧਰਤੀ ਦੇ ਉੱਤੇ ਜਿਹੜਾ ਉੱਤਰੀ ਅਰਧਗੋਲਾ ਆ ਉਹਦੇ ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ, ਤੇ ਇਸੇ ਕਰਕੇ ਦਿਨ ਜਿਹੜੇ ਉਹ ਲੰਬੇ ਹੁੰਦੇ ਆ ਤੇ ਗਰਮ ਹੁੰਦੇ ਆ, ਤੇ ਇਸ ਟਾਈਮ ਤੇ ਉੱਤਰੀ ਅਰਧਗੋਲੇ ਦੇ ਵਿੱਚ ਗਰਮੀਆਂ ਦਾ ਮੌਸਮ ਹੁੰਦਾ ਆ। This position is only on 21 June when the sun shines vertically on the tropic of Cancer is called summer solstice। हाँ जी, तो ये पोजीशन 21 जून की हुंदी आ जदों कि जिहड़ा सूरज आ वो ट्रॉपिक ऑफ कैंसर ते कर्क रेखा दे उपर सीधा पैंदा आ, ठीक है। तो उस दिन नूं उस टाइम नूं आपां समर सोलिस्टिस का नाम दिंदे आ, उषण अयनात का नाम दिंदे आ, ठीक है। नैक्सट देखते हैं ਇਹ ਸਾਈਕਲ ਆਫ ਚੇਂਜਿੰਗ ਸੀਜ਼ਨ ਜਿਹੜਾ ਆਪਾਂ ਹੁਣ ਐਕਸਪਲੇਨ ਕਰ ਰਹੇ ਹਾਂ, ਠੀਕ ਹੈ, ਉਹ ਸਾਰਾ ਇਸ ਡਾਇਗਰਾਮ 'ਚ ਦਿਖਾਇਆ ਗਿਆ। ਇਹਦੇ ਵਿੱਚ ਹੀ ਦੱਸਿਆ ਗਿਆ ਕਿ ਪੋਜੀਸ਼ਨ ਆਫ ਅਰਥ ਔਨ 22 ਦਸੰਬਰ, ਕਿ ਆਪਾਂ ਪਹਿਲੀ ਵਾਲੀ ਪੋਜੀਸ਼ਨ ਦੇਖ ਲਈ 21 ਜੂਨ ਵਾਲੀ, ਹੁਣ ਆਪਾਂ ਉਸ ਤੋਂ ਬਾਅਦ ਇੱਥੇ ਦਿਖਾਇਆ ਗਿਆ 22 ਦਸੰਬਰ ਦੀ ਪੋਜੀਸ਼ਨ ਕੀ ਆ, ਫਿਰ 21 ਮਾਰਚ ਦੀ ਪੋਜੀਸ਼ਨ ਕੀ ਆ, ਤੇ ਫਿਰ 23 ਸਤੰਬਰ ਦੀ ਪੋਜੀਸ਼ਨ ਕੀ ਆ, ਜਿਹੜੀ ਕਿ ਨੀਚੇ ਪੁਆਇੰਟਸ ਦੇ ਵਿੱਚ ਡਿਸਕ੍ਰਾਈਬ ਕੀਤਾ ਗਿਆ, ਠੀਕ ਹੈ। हाँ जी, हुण नैक्सट हैगा द पोजीशन ऑन 22 ऑफ दसंबर कि 22 दसंबर की स्थिति की हुंदी है। नंबर 1, द साउथ पोल इज़ इनक्लाइंड टूवर्ड्स द सन एंड द नॉर्थ पोल इज़ अवे फ्रॉम इट। तो इस दिन की हुंदा जिहड़ा साउथ पोल है, जिहड़ा दक्षिणी ध्रुव है, वो सूरज वाल नूं झुकिया हुंदा, ते जिहड़ा नॉर्थ पोल उत्तरी ध्रुव है वो इस तो परे हुंदा। इट इज़ कॉन्टीन्यूस, ते इसे करके इत्थे नॉर्थ पोल दे उपर फिर उत्तरी ध्रुव दे उपर की हुंदा, हनेरा हुंदा, ठीक है। द रेज ऑफ सन फॉल वर्टिकली ऑन द ट्रॉपिक ऑफ कैप्रीकॉन 23 डिग्री साउथ। तो इस समय जड़ियाँ सूरज दीयां किरनां आ वो मकर रेखा के उपर जिहड़ी कि 23 डिग्री साउथ के उपर हुंदी आ, उत्थे सिद्धियां पैंदियां। एज अ रिजल्ट ऑफ विच द डेज आर लॉन्ग एंड हॉट देयर। तो उस दिन नतीजे वजों इत्थे दिन लंबे हुंदे ते गर्म हुंदे आ। इट इज़ समर इन द सौदर्न हैमिसफेयर, ठीक है। तो इत्थे फिर जिहड़ा दक्षिणी अर्धगोला आ उत्थे की हुंदा आ, गर्मी हुंदी आ। Thus on 25th December every year when Christmas is being celebrated, it is winter in the northern hemisphere as in England, USA, India, etc. But it is summer in southern hemisphere as in Australia, साउथ अमेरिका, etc। ठीक है। तो इसलिए जदों हरेक साल 25 दसंबर नूं जदों
क्रिसमस सैलीब्रेट किया जाता है। तो उदों उत्तरी अर्धगोले दे विच जिहदे च की आ जाते सारे इंग्लैंड, USA, इंडिया, उत्थे सर्दी का मौसम हुंदा। पर सौदर्न हैमिसफेयर जिहड़ा दक्षिणी अर्धगोला आ जिस आ जाते आस्ट्रेलिया, साउथ अमेरिका, उत्थे की हुंदी आ गर्मी हुंदी आ। रिमेंबर वैन द सन शाइन्स वर्टिकली ऑन द ट्रॉपिक ऑफ कैप्रिकॉर्न इट इज़ कॉल्ड द विंटर सोलिस्टिस। ठीक है, तो ये तुसी याद रखना कि जदों सूरज जिहड़ा आ वो ट्रॉपिक ऑफ कैप्रिकॉर्न ते सीधा पैंदा आ जां ओहदियां जिहड़ियां किरणां आ वो ट्रॉपिक ऑफ कैप्रिकॉर्न ते सीधियां पैंदियां तां उस नूं आपां शीत ऐनात का नाम दिंदे आ, विंटर सोलिस्टिस का नाम दिंदे आ। ये भी दो टर्म्स हैगियां, उपर आपां देखिया सी समर सोलिस्टिस ते नीचे हुणे हैगा विंटर सोलिस्टिस। ते इन्हां दा तुसीं याद रखना कि विंटर सोलिस्टिस कदों हुंदा ते समर सोलिस्टिस कदों हुंदा। नैक्सट आ गया पोजीशन ऑन 21 ऑफ मार्च एंड 23 ऑफ सैप्टेंबर। हुण आपां देखनी है कि 21 मार्च की ते 23 सितंबर की स्थिति की हुंदी आ। नंबर 1, बोथ द नॉर्थ पोल एंड द साउथ पोल आर नाइदर इनकलाइंड टूवर्ड्स द सन नॉर आर दे अवे फ्रॉम इट। हाँ जी, हुण इन्हां दिनां दे विच की हुंदा है कि ना तां उत्तरी ध्रुव ते ना ही दक्षिणी ध्रुव सूरज दे ਵੱਲ ਨੂੰ ਝੁਕਿਆ ਹੁੰਦਾ ਤੇ ਨਾ ਹੀ ਉਸ ਤੋਂ ਦੂਰ ਹੁੰਦਾ। ਦ ਰੇਜ਼ ਆਫ ਦ ਸਨ ਫਾਲ ਵਰਟੀਕਲੀ ਔਨ ਦ ਇਕੁਏਟਰ। ਸੂਰਜ ਦੀਆਂ ਕਿਰਨਾਂ ਹੈਗੀਆਂ ਉਹ ਭੂ-ਮੱਧ ਰੇਖਾ ਦੇ ਉੱਪਰ ਸਿੱਧੀਆਂ ਪੈਂਦੀਆਂ। ਐਜ਼ ਅ ਰਿਜ਼ਲਟ ਡੇਜ਼ ਐਂਡ ਨਾਈਟਸ ਆਰ ਆਫ ਇਕੁਅਲ ਡਿਊਰੇਸ਼ਨ ਥਰੂ ਆਊਟ ਦ ਵਰਲਡ ਔਨ these days, on these 2 days, that is on 21 March and 23 of September। ਤੇ ਇਸ ਦੇ ਨਤੀਜੇ ਵਜੋਂ ਜਿਹੜੀ ਸਾਰੀ ਦੁਨੀਆ ਦੇ ਉੱਪਰ ਇਹ 2 ਦਿਨ ਆ 21 ਮਾਰਚ ਤੇ 23 ਸਤੰਬਰ, ठीक है, उदों सारियां दे जिहड़ी दिन ते रात की ड्यूरेशन हैगी आ दिन ते रात है वो समान हुंदे आ। ऑन 21 मार्च इट इज़ स्प्रिंग इन नॉर्दर्न हैमिसफेयर। ते 21 मार्च नूं जिहड़ा उत्तरी अर्धगोला आ, ठीक है, उत्थे की हुंदा है, उत्थे हुंदा स्प्रिंग एक्यूनॉक्स। ऑन 23 सैप्टेंबर इट इज़ ऑटम इन द नॉर्दर्न हैमिसफेयर, इट इज़ कॉल्ड ऑटम एक्यूनॉक्स। 23 सितंबर ਨੂੰ ਜਿਹੜਾ ਨਾਰਦਰਨ ਹੈਮੀਸਫੇਅਰ ਆ ਉੱਥੇ ਆਟਮ ਸੀਜ਼ਨ ਹੁੰਦਾ ਆ, ਪਤਝੜ ਦਾ ਮੌਸਮ ਹੁੰਦਾ ਆ, ਇਸ ਲਈ ਆਪਾਂ ਉਹਨੂੰ ਆਟਮ ਐਕਿਊਨੌਕਸ ਕਹਿ ਦਿੰਦੇ ਆ। ਠੀਕ ਹੈ, ਪਤਝੜ ਐਨਾਤ ਕਹਿ ਦਿੰਦੇ ਆ। ਇਨ ਦਾ ਸਾਊਦਰਨ ਹੈਮੀਸਫੇਅਰ ਦ ਸੀਜ਼ਨਸ ਆਰ ਓਪੋਜ਼ਿਟ ਟੂ ਨਾਰਦਰਨ ਹੈਮੀਸਫੇਅਰ। ਤੇ ਜਿਹੜਾ ਸਾਊਦਰਨ ਹੈਮੀਸਫੇਅਰ ਆ ਦੱਖਣੀ ਅਰਧਗੋਲਾ ਆ ਉੱਥੇ ਦਾ ਮੌਸਮ ਉੱਤਰੀ ਅਰਧਗੋਲੇ ਨਾਲੋਂ ਉਲਟ ਹੁੰਦਾ ਆ। ਔਨ ਦਾ ਇਕੁਏਟਰ ਦ ਸਨ ਆਲਵੇਜ਼ ਸ਼ਾਈਨਸ ਵਰਟੀਕਲੀ ਓਵਰਹੈਡ। ਤੇ ਭੂ-ਮੱਧ ਰੇਖਾ ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ। ਦੇਅਰਫੋਰ ਦੇयर इज़ वन सीजन ऑन द इक्वेटर। ਤੇ ਇਸ ਕਰਕੇ ਭੂ-ਮੱਧ ਰੇਖਾ ਤੇ ਇੱਕੋ ਹੀ ਸੀਜ਼ਨ ਰਹਿੰਦਾ ਆ। ਇਟ ਇਜ਼ ਅ ਲੌਂਗ ਐਂਡ ਹੌਟ ਸਮਰ, ਜਿਹੜਾ ਕਿ ਲੰਬਾ ਗਰਮੀ ਦਾ ਮੌਸਮ ਹੁੰਦਾ ਆ। ਠੀਕ ਹੈ, ਹਾਂਜੀ, ਆ ਨੀਚੇ ਪੁਆਇੰਟਸ ਟੂ ਰਿਮੈਂਬਰ ਹੈ, ਵੀ ਇੱਕ ਵਾਰੀ ਦੁਬਾਰਾ ਦੇਖ ਲਓ। ਹੁਣ ਵੈਸੇ ਤੁਸੀਂ ਸਾਰਾ ਚੈਪਟਰ ਰੀਡ ਕਰ ਲਿਆ, ਤੁਹਾਨੂੰ ਕਾਫੀ ਕੁਝ ਕਲੀਅਰ ਹੋ ਗਿਆ ਹੋਣਾ। ਨੰਬਰ 1, ਅਰਥ ਕੰਟੀਨਿਊਜ਼ ਇਟਸ 2 ਮੋਸ਼ਨਸ ऑल द टाइम। ठीक है, इट्स मोशन मूवमेंट अराउंड इट्स एक्सिस इज़ कॉल्ड रोटेशन, वाइल मूवमेंट अराउंड द सन इज़ कॉल्ड रेवोल्यूशन। हाँ जी, अर्थ जिहड़ी आ वो सारा टाइम 2 जिहड़ियां मोशनस आ उत्ते चलती रहिंदी आ, कंटिन्यू करदी आ। ते एक मूवमेंट जिहड़ी उहदे अपने धुरे दे दुआले घुम्मण दी आ उहनूं रोटेशन कह दिंदे आ। ते जिहड़ी सन दे दुआले घुम्मण दी हैगी आ उहदी मूवमेंट उहनूं रेवोल्यूशन कह दिंदे आ। ईच रेवोल्यूशन ऑफ अर्थ कंप्लीट्स इन 365 1/4 days, while a calendar year of 365 days resulting into having each 4th year of 366 days, that is leap year। ਤੇ ਹਰੇਕ ਰੈਵੋਲੂਸ਼ਨ ਜਿਹੜੀ ਆ ਉਹਦੀ ਉਹ 365 ਸੇ 1/4 ਦਿਨਾਂ 'ਚ ਪੂਰੀ ਹੁੰਦੀ ਆ। ਠੀਕ ਹੈ, ਤੇ ਇਹਦੇ ਨਤੀਜੇ ਵਜੋਂ ਹਰੇਕ ਚੌਥੇ ਸਾਲ 'ਚ ਇੱਕ ਦਿਨ ਐਡ ਹੋ ਕੇ ਲੀਪ ਈਅਰ ਬਣ ਜਾਂਦਾ। ਇਫੈਕਟਸ ਆਫ ਰੋਟੇਸ਼ਨ ਆਫ ਅਰਥ ਇਜ਼ ਹੈਵਿੰਗ ਡੇਜ਼ ਐਂਡ ਨਾਈਟਸ, ਵਾਈਲ ਇਫੈਕਟ ਆਫ ਰੈਵੋਲੂਸ਼ਨ ਇਜ਼ ਲੈਂਥ ਆਫ ਡੇਜ਼ ਐਂਡ ਨਾਈਟਸ ਐਂਡ ਚੇਂਜ ਆਫ ਸੀਜ਼ਨ। ਤੇ ਜਿਹੜੀ ਧਰਤੀ ਦੀ ਰੋਟੇਸ਼ਨ ਆ, ਧਰਤੀ ਦੀ ਦੈਨਿਕ ਗਤੀ ਆ, ਉਹਦਾ ਪ੍ਰਭਾਵ ਕਰਨ ਹੀ ਦਿਨ ਅਤੇ ਰਾਤ ਬਣਦੇ ਆ। ਤੇ ਜਿਹੜੀ ਧਰਤੀ ਦੀ ਰੈਵੋਲੂਸ਼ਨ ਆ ਉਹਦੇ ਕਰਕੇ ਜਿਹੜੇ ਉਹ ਸੀਜ਼ਨਸ ਬਣਦੇ ਆ। ਤੇ ਜਿਹੜੇ ਦਿਨ ਅਤੇ ਰਾਤ ਦੇ ਸਮੇਂ ਦੇ ਵਿੱਚ ਅੰਤਰ ਆ ਉਹ ਵੀ ਇਹਨਾਂ ਦੇ ਕਾਰਨ ਹੀ ਹੁੰਦਾ ਆ। नंबर 4, सीजनस आर एग्जैक्टली ओपोजिट इन नॉर्दर्न एंड साउदर्न हैमिसफेयर। ते ਜਿਹੜੀਆਂ नॉर्दर्न ਤੇ साउदर्न हैमिसफेयर ਦਾ ਜਿਹੜਾ ਮੌਸਮ ਹੁੰਦਾ, ਸੀਜ਼ਨ ਹੁੰਦਾ ਆ, ਰੁੱਤਾਂ ਹੁੰਦੀਆਂ, ਉਹ ਇੱਕ ਦੂਸਰੇ ਤੋਂ ਉਲਟ ਹੁੰਦੀਆਂ। ਠੀਕ ਹੈ, ਸੋ ਇਹ ਸੀ ਤੁਹਾਡਾ ਚੈਪਟਰ ਨੰਬਰ 3 ਨੂੰ ਰੀਡ ਆਊਟ ਕਰ ਲਓ ਧਿਆਨ ਦੇ ਨਾਲ। ਜਿਹੜੀਆਂ ਇਹ 'ਚ ਟਰਮਸ ਆਈਆਂ ਉਹਨੂੰ ਯਾਦ ਰੱਖ ਲਓ। ਠੀਕ ਹੈ, 'ਚੋਂ ਓਬਜੈਕਟਿਵ ਕੁਐਸਚਨਸ ਵੀ ਆ ਸਕਦੇ ਆ। ਠੀਕ ਹੈ, ਤੇ लॉन्ग क्वेश्चनस भी आ सकते, फिलअप्स भी बन के आ सकती हैं, ट्रू फॉल्स भी बन के आ सकते, इसलिए थोरोली चैप्टर नूं समझ लो। तो ये तुहाडे लई
ਜਿਹੜੇ ਪੈਸ ਦਾ ਟੈਸਟ ਹੋਏਗਾ ਉਹਦੇ ਲਈ ਵੀ ਯੂਸਫੁਲ ਆ, ਜੇ ਤੁਸੀਂ ਸਾਰਾ ਧਿਆਨ ਨਾਲ ਪੜ੍ਹ ਲਓਗੇ। ਨੈਸ ਦਾ ਟੈਸਟ ਹੋਏਗਾ ਉਹਦੇ ਲਈ ਵੀ, ਅਤੇ ਜਿਹੜੇ ਬਾਈ ਮੰਥਲੀ ਐਗਜ਼ਾਮ ਹੈ ਜਾਂ ਫਾਈਨਲ ਐਗਜ਼ਾਮਸ ਆ ਉਹਦੇ ਲਈ ਵੀ ਤੁਹਾਡੇ ਲਈ ਹੈਲਪਫੁਲ ਹੋਣਗੇ। ਨੈਕਸਟ ਵੀਡੀਓ 'ਚ ਆਪਾਂ ਇਹਦੇ ਬੁੱਕ ਐਕਸਰਸਾਈਜ਼ ਕਰ ਲਵਾਂਗੇ, ਅਤੇ ਉਹ ਉਨੀ ਦੇਰ ਤੁਸੀਂ ਇਹਨੂੰ ਰੀਡ ਆਊਟ ਕਰ ਲਓ। ਅਤੇ ਜੇ ਤੁਹਾਨੂੰ ਵੀਡੀਓ ਲੈਸਨਸ ਵਧੀਆ ਲੱਗਦੇ ਆ ਤਾਂ ਤੁਸੀਂ ਆਪਣੇ ਬਾਕੀ ਫਰੈਂਡਸ ਨਾਲ ਵੀ ਇਹਨਾਂ ਨੂੰ ਸ਼ੇਅਰ ਕਰੋ। ਚੈਨਲ ਸਬਸਕ੍ਰਾਈਬ ਕਰ ਲਓ, ਠੀਕ ਹੈ। ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਨਿਊ ਵੀਡੀਓਜ਼ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ 'ਤੇ ਮਿਲਦੇ ਰਹਿਣ ਅਤੇ ਤੁਸੀਂ ਆਪਣੀ ਜਿਹੜੀ ਸਟੱਡੀ ਆ ਵਧੀਆ ਤਰੀਕੇ ਨਾਲ ਕਰ ਸਕੋ, ਠੀਕ ਹੈ। ਓਕੇ, ਆਲ ਦਾ ਵੈਰੀ ਬੈਸਟ, ਸਟੇ ਹੋਮ, ਸਟੇ ਸੇਫ ਐਂਡ ਕੀਪ ਲਰਨਿੰਗ। ਥੈਂਕ ਯੂ ਸੋ ਮਚ।